मेरे बचपन ਦੇ ਵਿੱਚ ਮੈਨੂੰ ਸਕੂਲ ਵੀ ਨਸੀਬ ਨਹੀਂ ਹੋਇਆ। ਇੱਕ ਏਕੜ ਦਾ ਦਰਖਤ ਸੀ ਜਿਸ ਦੇ ਥੱਲੇ ਸਾਡੀਆਂ ਕਲਾਸਾਂ ਲੱਗਦੀਆਂ ਸੀ। ਇੱਕ ਪਿੰਡ ਦੇ ਸਕੂਲ ਦੇ ਵਿੱਚੋਂ ਜਾ ਕੇ ਜਦੋਂ ਮੈਡੀਕਲ ਦੀ ਜਮਾਤ ਦੇ ਵਿੱਚ ਬੈਠਿਆ ਤਾਂ ਕੁਝ ਸਮਝ ਨਾ ਆਵੇ ਔਰ ਉਹਨਾਂ ਨੇ ਸਾਨੂੰ ਮਨਾ ਕਰ ਦਿੱਤਾ ਕਿ ਤੁਹਾਡੇ ਕੋਲੋਂ ਕਾਲਜ ਪਤਾ ਨਹੀਂ ਚੱਲਣਾ ਜਾਂ ਨਹੀਂ ਚੱਲਣਾ, ਅਸੀਂ ਇਨਵੈਸਟ ਨਹੀਂ ਕਰ ਸਕਦੇ। ਇੱਕ ਬੜੀ ਵੱਡੀ ਸਮੱਸਿਆ ਸੀ ਕਿ ਇੱਕ ਸਧਾਰਨ ਕਿਸਾਨ ਦਾ ਪੁੱਤ अपनी जेब ਦੇ ਵਿੱਚ ਕਿੰਨਾ ਕੋ ਪੈਸਾ ਘਰੋਂ ਲਿਆ ਸਕਦਾ ਹੈ। ਬੈਂਕ ਕਰਜ਼ਾ ਦੇਣ ਨੂੰ ਤਿਆਰ ਨਹੀਂ ਸੀ। ਸਮਰੱਥ ਲੋਕ ਸਾਨੂੰ ਉਧਾਰ ਦੇਣ ਜਾਂ ਸਾਡੇ ਨਾਲ ਹਿੱਸੇਦਾਰੀ ਕਰਨ ਵਾਸਤੇ ਤਿਆਰ ਨਹੀਂ ਸੀ। ਲੇਕਿਨ ਅਸੀਂ ਅੱਜ ਮੈਂ ਤੁਹਾਡੇ ਨਾਲ ਲਗਭਗ 50 ਸਾਲ ਪਹਿਲਾਂ ਇੱਕ ਸਧਾਰਨ ਕਿਸਾਨ ਦੇ ਘਰ ਪੈਦਾ ਹੋਏ ਬੱਚੇ ਦੀ ਕਹਾਣੀ ਸਾਂਝੀ ਕਰਨੀ ਚਾਹੁੰਦਾ। ਹਾਂਜੀ, ਤੁਸੀਂ ਠੀਕ ਸਮਝ ਰਹੇ ਹੋ, ਇਹ ਕਹਾਣੀ ਮੇਰੀ ਆਪਣੀ ਹੈ। मेरा जन्म 1971 ਦੇ ਵਿੱਚ ਪੰਜਾਬ ਦੇ ਇੱਕ ਬਹੁਤ ਹੀ ਪਛੜੇ ਹੋਏ ਇਲਾਕੇ ਦੇ ਵਿੱਚ, ਜਿੱਥੇ ਦੋ ਦਰਿਆਵਾਂ ਦਾ ਸੰਗਮ ਹੁੰਦਾ, ਜਿੱਥੇ ਸਤਲੁਜ ਤੇ ਬਿਆਸ ਮਿਲਦੇ ਹੈ, ਉਸ ਦੇ ਕਿਨਾਰੇ ਇੱਕ ਛੋਟਾ ਜਿਹਾ ਪਿੰਡ ਹੈ ਰਸੂਲਪੁਰ। ਉੱਥੇ ਇੱਕ ਸਧਾਰਨ ਕਿਸਾਨ ਦੇ ਘਰ ਮੇਰਾ ਜਨਮ ਹੋਇਆ ਔਰ ਮੇਰੇ ਬਚਪਨ ਦੇ ਵਿੱਚ ਮੈਨੂੰ ਸਕੂਲ ਵੀ ਨਸੀਬ ਨਹੀਂ ਹੋਇਆ। ਸਾਡੇ ਪਿੰਡ ਦੇ ਵਿੱਚ ਇੱਕ ਏਕੜ ਦਾ ਦਰਖਤ ਸੀ ਜਿਸ ਦੇ ਥੱਲੇ ਸਾਡੀਆਂ ਕਲਾਸਾਂ ਲੱਗਦੀਆਂ ਸੀ, ਜਿੱਥੇ ਸਾਨੂੰ ਟੀਚਰ ਸਾਨੂੰ ਪੜ੍ਹਾਇਆ ਕਰਦਾ ਸੀ। ਔਰ ਮੈਨੂੰ ਯਾਦ ਹੈ ਕਿ ਉਹ ਦਿਨ ਬਚਪਨ ਦੇ ਜਦੋਂ ਸਵੇਰੇ ਉੱਠ ਕੇ ਅਸੀਂ ਜਾਣਾ ਔਰ ਕਿੱਕਰ ਦੇ ਥੱਲੇ ਜਿੰਨਾ ਵੀ ਉਸ ਵੇਲੇ ਸਫਾਈ ਦਾ ਕੰਮ ਸੀ ਉਹ ਪਹਿਲੇ ਜਾ ਕੇ ਕੰਪਲੀਟ ਕਰਨਾ, ਫਿਰ ਆਪਣੇ ਟੀਚਰ ਵਾਸਤੇ ਚੇਅਰ 'ਤੇ ਟੇਬਲ ਲਗਾਉਣਾ, ਪਾਣੀ ਛਿੜਕਣਾ। ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚੋਂ ਜਿਹੜੀ ਮੇਰੀ ਸਕੂਲਿੰਗ ਸਟਾਰਟ ਹੋਈ। ਮੈਨੂੰ ਯਾਦ ਹੈ ਕਿ ਜਦੋਂ ਮੈਂ ਛੋਟਾ ਹੁੰਦਾ ਸੀ ਅਤੇ ਮੇਰੇ ਦਾਦਾ ਜੀ ਅਕਸਰ ਆਪਣੇ ਅਖਬਾਰ ਦਾ ਕੰਮ ਮੇਰੇ ਤੋਂ ਕਰਵਾਇਆ ਕਰਦੇ ਸੀ। ਇੱਕ ਪੰਜਾਬੀ ਦਾ ਅਖਬਾਰ ਪੰਜਾਬੀ ਟ੍ਰਿਬਿਊਨ ਸਾਡੇ ਘਰ ਆਉਂਦਾ ਸੀ ਔਰ ਉਸ ਨੂੰ ਪੜ੍ਹਨ ਦੀ ਡਿਊਟੀ ਮੇਰੀ ਇਸ ਕਰਕੇ ਹੁੰਦੀ ਸੀ ਕਿਉਂਕਿ ਦਾਦਾ ਜੀ ਉਰਦੂ ਦੀਆਂ ਜਮਾਤਾਂ ਪੜ੍ਹੇ ਹੋਏ ਸੀ ਔਰ ਉਰਦੂ ਦੀ ਪੜ੍ਹਾਈ ਤੋਂ ਬਾਅਦ ਪੰਜਾਬੀ ਗੁਰਮੁਖੀ ਸਿੱਖੀ, ਲੇਕਿਨ ਬਹੁਤ ਟਾਈਮ ਲੱਗ ਜਾਂਦਾ ਸੀ ਅਖਬਾਰ ਕੰਪਲੀਟ ਕਰਨ ਵਾਸਤੇ। ਅਤੇ ਫਿਰ ਉਹ ਮੈਨੂੰ ਕਹਿੰਦੇ ਹੁੰਦੇ ਸੀ ਕਿ ਹੁਣ ਪੁੱਤ ਤੂੰ ਪੜ੍ਹ ਕੇ ਸੁਣਾ। ਔਰ ਪਹਿਲੇ ਕਾਲਮ ਤੋਂ ਲੈ ਕੇ ਆਖਰੀ ਕਾਲਮ ਤੱਕ ਹਰ ਪੰਨੇ ਨੂੰ ਪੜ੍ਹਨਾ, ਦਾਦਾ ਜੀ ਨੂੰ ਸੁਣਾਉਣਾ, ਉਸ ਵੇਲੇ ਬੜਾ ਉਕਾਉਣ ਵਾਲਾ ਕੰਮ ਲੱਗਦਾ ਸੀ ਕਿਉਂਕਿ ਇੱਕ ਬੱਚੇ ਦੀ ਦਿਲਚਸਪੀ ਇੱਕ ਅਖਬਾਰ ਪੜ੍ਹਨ ਦੇ ਵਿੱਚ ਕਿਵੇਂ ਹੋ ਸਕਦੀ ਹੈ? ਉਸ ਦੀ ਉਮਰ ਤਾਂ ਖੇਡਣ ਦੀ ਹੁੰਦੀ ਹੈ। ਤੋ ਲੇਕਿਨ ਦਾਦਾ ਜੀ ਦਾ ਹੁਕਮ ਹੁੰਦਾ ਸੀ ਔਰ ਉਹ ਅਖਬਾਰ ਪੜ੍ਹਦਿਆਂ ਪੜ੍ਹਦਿਆਂ ਮੇਰੀ ਆਪਣੀ ਦਿਲਚਸਪੀ ਹੋਣ ਲੱਗੀ। ਮੈਨੂੰ ਖਬਰਾਂ ਚੰਗੀਆਂ ਲੱਗਣ ਲੱਗੀਆਂ, ਮੈਨੂੰ ਉਸ ਵਿੱਚ ਛਪਣ ਵਾਲੇ ਲੇਖ ਚੰਗੇ ਲੱਗਣ ਲੱਗ ਗਏ ਔਰ ਮੇਰੀ ਇੱਕ ਸੌਗਾਤ ਜਿਹੜੀ ਜ਼ਿੰਦਗੀ ਦੇ ਵਿੱਚ ਮਿਲੀ ਕਿ ਮੈਨੂੰ ਲੱਗਦਾ ਹੈ ਕਿ ਮੈਨੂੰ ਉਹ ਸੋਝੀ ਆਪਣੇ ਦਾਦਾ ਜੀ ਕੋਲੋਂ, ਉਹਨਾਂ ਦੀਆਂ ਸਿੱਖਿਆਵਾਂ ਵਿੱਚੋਂ ਅਤੇ ਜਾਂ ਉਹਨਾਂ ਵਾਸਤੇ ਪੜ੍ਹਦੇ ਹੋਏ ਅਖਬਾਰ ਜੋ ਮੈਨੂੰ ਪ੍ਰਾਪਤ ਹੋਈ ਹੈ, ਉਹਨੂੰ ਮੈਨੂੰ ਜ਼ਿੰਦਗੀ ਦੇ ਵਿੱਚ ਬਹੁਤ ਕੰਮ ਦਿੱਤਾ ਹੈ। ਜਦੋਂ ਮੈਂ ਪੈਦਾ ਹੋਇਆ ਸੀ ਅਤੇ ਮੇਰਾ ਪਰਿਵਾਰ ਮੈਨੂੰ ਦੱਸਦਾ ਹੈ ਕਿ ਮੇਰੇ ਦਾਦਾ ਜੀ ਚਾਹੁੰਦੇ ਸੀ ਕਿ ਮੈਂ ਡਾਕਟਰ ਬਣਾ ਔਰ ਮੇਰੇ ਪੈਦਾ ਹੋਣ ਦੇ ਸਾਰ ਹੀ ਉਹਨਾਂ ਨੇ ਇੱਕ ਜ਼ਮੀਨ ਸਾਡੇ ਕਸਬੇ ਦੇ ਵਿੱਚ ਇੱਕ ਥਾਂ ਨਿਰਧਾਰਿਤ ਕਰ ਦਿੱਤੀ ਸੀ ਜਿੱਥੇ ਉਹ ਚਾਹੁੰਦੇ ਸੀ ਕਿ ਮੇਰਾ ਪੋਤਾ ਵੱਡਾ ਹੋਊਗਾ, ਡਾਕਟਰ ਬਣੂਗਾ ਅਤੇ ਉੱਥੇ ਅਸੀਂ ਹਸਪਤਾਲ ਬਣਾਵਾਂਗੇ ਔਰ ਇਹ ਸਾਡੇ ਇਲਾਕੇ ਦੀ ਸੇਵਾ ਕਰੂ। ਲੇਕਿਨ ਇੱਥੇ ਤੱਕ ਤਾਂ ਉਹਨਾਂ ਨੇ ਸੋਚ ਲਿਆ, ਮੈਨੂੰ ਅੱਛੀ ਸਕੂਲ ਐਜੂਕੇਸ਼ਨ ਵੀ ਦੇਣੀ ਪੈਣੀ ਹੈ। ਇਹ ਸ਼ਾਇਦ ਦਾਦਾ ਜੀ ਦੇ ਸਮਝ ਵਿੱਚ ਨਹੀਂ ਆਈ ਕਿਉਂਕਿ ਮੇਰੀ ਸਕੂਲਿੰਗ ਇੰਨੀ ਵਧੀਆ ਨਹੀਂ ਸੀ। ਜਦੋਂ ਕਾਲਜ ਵਿੱਚ ਗਿਆ, ਮੈਡੀਕਲ ਦੇ ਸਬਜੈਕਟ ਲੈ ਲਏ। ਉਸ ਵੇਲੇ ਪ੍ਰੈਪ ਹੁੰਦੀ ਸੀ, ਪ੍ਰੀ ਮੈਡੀਕਲ ਹੁੰਦਾ ਸੀ ਔਰ ਇੱਕ ਪਿੰਡ ਦੇ ਸਕੂਲ ਦੇ ਵਿੱਚੋਂ ਜਾ ਕੇ ਜਦੋਂ ਮੈਡੀਕਲ ਦੀ ਜਮਾਤ ਦੇ ਵਿੱਚ ਬੈਠਿਆ ਤਾਂ ਕੁਝ ਸਮਝ ਨਾ ਆਵੇ। ਤੋ ਮਨ ਨੂੰ ਸਮਝਾ ਕੇ ਕਿ ਅੱਜ ਨਹੀਂ, ਆਉਣ ਵਾਲੇ ਸਮੇਂ ਦੇ ਵਿੱਚ ਸਮਝ ਆ ਜਾਏਗੀ, ਮੈਂ ਕੋਸ਼ਿਸ਼ ਕਰਦਾ ਰਿਹਾ ਸਮਝਣ ਦੀ। ਲੇਕਿਨ ਇੰਗਲਿਸ਼ ਮੀਡੀਅਮ ਉੱਪਰੋਂ ਮੈਡੀਕਲ ਦੀ ਔਖੀ ਪੜ੍ਹਾਈ ਉਹ ਮੇਰੇ ਪੱਲੇ ਨਹੀਂ ਪਈ ਔਰ 6 ਮਹੀਨੇ ਤਕਰੀਬਨ ਮੈਂ ਜੱਦੋ-ਜਹਿਦ ਕਰਨ ਤੋਂ ਬਾਅਦ ਜਦੋਂ ਆਪਣੇ ਦਾਦਾ ਜੀ ਨੂੰ ਆ ਕੇ ਆਪਣੀ ਅਸਮਰੱਥਾ ਦੱਸੀ ਕਿ ਦਾਦਾ ਜੀ, ਬਾਪੂ ਜੀ ਕਹਿੰਦੇ ਸੀ ਅਸੀਂ ਕਿ ਬਾਪੂ ਜੀ ਇਹ ਕੰਮ ਮੇਰੇ ਤੋਂ ਹੋਣਾ ਨਹੀਂ, ਮੈਂ ਡਾਕਟਰ ਨਹੀਂ ਬਣ ਸਕਣਾ। ਤਾਂ ਉਹਨਾਂ ਦਾ ਮਨ ਬੜਾ ਦੁਖਿਆ। ਘਰ ਦੇ ਵਿੱਚ ਬੜਾ ਮਾਯੂਸੀ ਵਾਲਾ ਆਲਮ ਸੀ ਕਿਉਂਕਿ ਇੱਕ ਲੰਬੇ ਸਮੇਂ ਦਾ ਸੁਪਨਾ ਜਿਹੜਾ ਮੇਰੇ ਜਨਮ ਵੇਲੇ ਤੋਂ ਸੀ, ਉਹ ਜਦੋਂ ਟੁੱਟਿਆ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇੱਕ ਦਾਦੇ ਦੇ ਮਨ ਦੇ ਵਿੱਚ ਕਿੰਨਾ ਸਦਮਾ ਲੱਗਿਆ ਹੋਊਗਾ। ਲੇਕਿਨ ਹਕੀਕਤ ਇਹੀ ਸੀ
कि मैं मैडिकल नहीं कर सकता सी, मैं डॉक्टर नहीं बन सकता सी। लेकिन मैं अपना संघर्ष शुरू किया कि मैं बस अड्डे ते खड़ा सी और मैनू इस गल का बड़ा एहसास पक्का हो गया कि जिंदगी दे विच डैसटनी जिहड़ी है वो किवें काम करती है। मैं बस की इंतजार कर रहा सी, इन्नी देर नूं मेरा एक साथी जिहड़ा मेरे नाल दे पिंड दा सी दलजीत सिंह आया, स्कूटर लैके उसने मैनू कहा कि कित्थे जा रहा है। मैं कहा कि मैं सरहाली कलां डिस्ट्रिक्ट अमृतसर दे विच कॉलेज है, उत्थे दाखला लैना। तो उसने कहा कि तू सरहाली नहीं, मैं मोगे रहना, क्योंकि उन्हों का घर मोगे सी और उस वेले अतवाद के खड़कूवाद के दिन से उन्हों का परिवार उत्थे शिफ्ट कर गया सी। उन्हें अपने मैनू स्कूटर पिछे बिठाया और मोगा लै गया, जिहड़ा कि मैं सोचिया नहीं सी, ना मैं घर दस्सिया सी। और जदों मैं जाके मोगा का वातावरण देखा, क्योंकि उस उम्र दे विच जदों तुसीं स्कूल तो कॉलेज दे विच जाते हो तो उत्थों कुछ चीज़ां तुहानूं अट्रैक्ट करदियां कि उत्थे थिएटर किहे जे ने, उत्थे सिनेमा किस तरह का, उत्थे बाज़ार किस तरह के ने, उत्थे कॉलेज किस तरह का। और गुरु नानक कॉलेज मोगा दे विच जाके जदों उसने मैनूं पूरा दिन घुमा के फैसला कर लिया कि मैं मोगे पढ़ना है, वो कॉलेज श्रोमणी गुरुद्वारा प्रबंधक कमेटी के अधीन चलदा होण करके उत्थे अक्सर सालाना समागमां ते श्रोमणी कमेटी के प्रधान उस वेले दे स्वर्गवासी गुरचरण सिंह टोड़ा जी आया करते सी। क्योंकि मैं विद्यार्थी आगू सी, मैनूं उन्हां नाल मिलण दा मौका मिलदा सी। उन्हां दी जिंदगी तो मैं बड़ा मुतासर होया, बड़ा प्रभावित होया। उन्होंने मैनूं इंस्पायर बहुत किया और मेरे मन दे विच वड्डे सपने जिहड़े आ वो जन्म लैण लगे कि मैं भी जिंदगी दे विच वड्डा इंसान बनना। लेकिन सारे संघर्ष दे विच एक बड़ी वड्डी समस्या सी कि एक सधारण किसान दा पुੱਤ अपनी जेब दे विच किन्ना को पैसा घरों लिया सकदा है और किन्ना को पैसा वो खर्च सकदा है। अगर तुसीं किसी ग्रुप की अगवाई करते हो, कोई घरों बाहर रहंदे हो, खर्चा करते हो, चाह पानी भी पिलाउणा पैंदा, खर्चे भी हुंदे आ। अगर तुहाडी जेब दे विच पैसे नहीं तो गल बनदी नहीं है। और उस वेले मैनूं हुण बड़ा जदों याद करदा कि जिहड़े जुगाड़ लगदे सी अज दी मैनूं इनोवेशन लगदी है। उस वेले असीं फैसला किया कि आपां अपने खर्चे का साधन पैदा करना, आपां हुण होर ज़्यादा अपने घरां तो पैसे नहीं मंगणे, मापिआं नूं होर तंग नहीं करना। तो उस वेले ना तो इंटरनेट सी, ना ही कोई होर साधन सी और असीं देखिया कि लोगों की जरूरत की है और काम ऐसा होवे जिथे इन्वेस्टमेंट ना बराबर होवे, ड्यूटी ना बराबर होवे और आमदन ठीक ठाक हो जाए। हुण तुसीं हिसाब लाओ कि बिना इन्वेस्टमेंट तो, बिना ड्यूटी दित्तिया आमदन का जुगाड़ करना, साधन पैदा करना वो बड़ा एक औखा असंभव लगता सी। लेकिन अचेत मन दे विच इनोवेशन जन्म ले रही सी। और जदों असीं देखिया कि साडे मोगा इलाके दे विच बहुत सारे NRI जिहड़े आउंदे आ साल दे विच एक वारी अपने बच्चों दी शादी करन वास्ते उदों गड्डी खरीदते आ और जीपां दा रिवाज सी। उत्थे NRI ने आउणा, जीपां खरीदणियां, वड्डी गिनती दे विच वपार हुंदा सी और कोई ऐसा मंच नहीं सी जिथे जाके लोग अपनी यूज्ड जिहड़े व्हीकल सी वो वेच सकन जां खरीद सकन। और असीं देखिया कि ऐतवार दे दिन असीं कार बाज़ार लगाया करांगे और मोगा कार बाज़ार मैनूं नाम ही याद है, असीं उहदा नाम रखिया और साडा काम पहले महीने दे विच ही बहुत अच्छा चल गया। और केवल 5000 की इन्वेस्टमेंट मैनूं याद है असीं कुल कीती सी, क्योंकि बोर्ड वगैरह बनाए। कार बाज़ार साडा कामयाब होया, साडे कोले कारां भी, जीपां भी, गड्डियां भी आउण लगियां, जेब दे विच पैसे भी होण लग गए। और उस तो बाद मेरा जिंदगी का अगला सफ़र जिहड़ा मुकाम शुरू होया। सपने वड्डे सी कि मैं अपनी जिंदगी दे विच वड्डा बंदा बनना चाहुंदा, क्योंकि बापू जी की सिक्ख्या भी सी। उन्हां दी एक सिक्ख्या मैनूं अज भी याद है कि हमेशा कहंदे सी कि पुੱਤ हमेशा कोशिश करी कि अपने तो उच्चे दर्जे दे, अपने तो वड्डे मुकाम दे इंसान दे संगत करन दी कोशिश करी। और कहंदे सी कि संगत नेकां दी नेक बना दिंदी। वो एक कविता सी साडे इलाके दे किसी कवि दी, मैनूं सुनाया करदे सी। तो औगणहार बेली, औगणहार बेली, कहंदे औगणहार ना बैठोगे तो कोई ना कोई माड़ी गल सिखोगे। तो मेरी शुरू तो कोशिश रही कि मैं अपने तो वड्डे रुतबे दे लोगों दे नाल विचर लग्या, वड्डे सपने पालन लग्या। और एक स्टेज ऐसी आई कि फिर एक इनोवेशन ने दिमाग दे विच जन्म लिया, एक सबब बनिया, कोई सज्जन ऐसा मिलिया जिहड़ा खुद मुसीबत विच सी और सिक्ख्या के खेतर विच काम कर रहा सी। उसकी मदद करदਿਆਂ करदਿਆਂ एक नवीं लाग लगी। मैं ते मेरे जिहड़े साथी रिशपाल सिंह धालीवाल, तो असीं फैसला किया कि क्यों ना असीं
ਐਸਾ ਕੰਮ ਕਰੀਏ ਜਿਸ ਦੇ ਵਿੱਚ ਸਾਨੂੰ ਉਹ ਖੁਰਾਕ ਵੀ ਮਿਲਦੀ ਰਹੇ ਕਿ ਅਸੀਂ ਸਮਾਜ ਸੇਵਾ ਕਰ ਰਹੇ ਹਾਂ ਔਰ ਨਾਲ ਦੀ ਨਾਲ ਸਾਡੀ ਰੋਟੀ ਰੋਜੀ ਦਾ ਜੁਗਾੜ ਵੀ ਹੋ ਜਾਏ। ਤਾਂ ਅਸੀਂ ਫੈਸਲਾ ਕੀਤਾ ਕਿ ਅਸੀਂ ਸਿੱਖਿਆ ਦੇ ਖੇਤਰ ਵਿੱਚ, ਕਿਉਂਕਿ ਇੱਕ ਸੱਜਣ ਐਸਾ ਮਿਲ ਗਿਆ ਸੀ, ਔਰ ਅਸੀਂ ਵਿੱਦਿਅਕ ਸੰਸਥਾ ਸ਼ੁਰੂ ਕਰਾਂਗੇ। ਉਸ ਵੇਲੇ ਪੰਜਾਬ ਦੇ ਵਿੱਚ ਇੰਜੀਨੀਅਰਿੰਗ ਐਜੂਕੇਸ਼ਨ ਦੀ ਬੜੀ ਥੋੜ ਸੀ। ਸਾਡੇ ਪੰਜਾਬ ਦੇ ਨੌਜਵਾਨ ਬਿਦਰ ਜਾਂ ਹੋਰ ਸਟੇਟਾਂ ਦੇ ਵਿੱਚ ਪੜ੍ਹਨ ਵਾਸਤੇ ਜਾਂਦੇ ਸੀ, ਇੰਜੀਨੀਅਰਿੰਗ ਕਰਨ ਵਾਸਤੇ। ਜ਼ਿੰਦਗੀ ਦੇ ਸਾਹਮਣੇ ਇੱਕ ਫਿਰ ਵੱਡਾ ਇਮਤਿਹਾਨ ਸੀ ਕਿ ਇੱਕ ਸਧਾਰਨ ਪਿਛੋਕੜ ਵਾਲੇ ਪਰਿਵਾਰ 'ਚੋਂ ਆ ਕੇ, ਪਹਿਲੇ ਮੈਂ ਇਕੱਲਾ ਸੀ, ਫਿਰ ਅਸੀਂ 2 ਜਾਣੇ, ਤਾਂ ਕਿਵੇਂ ਅਸੀਂ ਇੱਕ ਸੰਸਥਾ ਦਾ ਨਿਰਮਾਣ ਕਰਾਂਗੇ, ਕਿਵੇਂ ਅਸੀਂ ਇੱਕ ਕਾਲਜ ਸ਼ੁਰੂ ਕਰਾਂਗੇ। ਚੁਣੌਤੀਆਂ ਬਹੁਤ ਵੱਡੀਆਂ ਸੀ, ਲੇਕਿਨ ਹਿੰਮਤ ਬਹੁਤ ਜ਼ਿਆਦਾ ਸੀ। ਸੁਪਨਾ ਬਹੁਤ ਦ੍ਰਿੜ ਸੀ ਸਾਡੇ ਮਨ ਵਿੱਚ ਕਿ ਅਸੀਂ ਕਰਨਾ ਹੀ ਕਰਨਾ ਹੈ। ਔਰ ਉਸ ਵੇਲੇ ਅਸੀਂ ਦੇਖਿਆ ਕਿ ਸਾਨੂੰ ਜਿਹੜੇ ਆਰਥਿਕ ਸਾਧਨਾਂ ਜਟਾਉਣ ਵਾਸਤੇ ਅਸੀਂ ਕੁਝ ਵੱਡੇ ਲੋਕਾਂ ਨੂੰ ਅਪਰੋਚ ਕੀਤਾ ਜਿਹੜੇ ਸਮਰੱਥ ਸੀ, ਔਰ ਉਹਨਾਂ ਨੇ ਸਾਨੂੰ ਮਨਾ ਕਰ ਦਿੱਤਾ ਕਿ ਤੁਹਾਡੇ ਕੋਲੋਂ ਕਾਲਜ ਪਤਾ ਨਹੀਂ ਚੱਲਣਾ ਜਾਂ ਨਹੀਂ ਚੱਲਣਾ, ਅਸੀਂ ਇਨਵੈਸਟ ਨਹੀਂ ਕਰ ਸਕਦੇ। ਬਹੁਤ ਚੁਣੌਤੀਆਂ ਆਈਆਂ, ਲੇਕਿਨ ਪਰਮਾਤਮਾ ਦੀ ਬਖਸ਼ਿਸ਼ ਹੋਈ। ਇਹ ਕਾਰਜ ਸਾਡੇ ਹੱਥੋਂ ਹੋਣਾ ਸੀ, ਇਹ ਸੇਵਾ ਪਰਮਾਤਮਾ ਨੇ ਸਾਡੇ ਕੋਲੋਂ ਕਰਵਾਉਣੀ ਸੀ। ਅਸੀਂ 100 ਵਿਦਿਆਰਥੀਆਂ ਦੇ ਨਾਲ ਆਪਣੀ ਸੰਸਥਾ ਸ਼ੁਰੂ ਕੀਤੀ। ਬੈਂਕ ਕਰਜ਼ਾ ਦੇਣ ਨੂੰ ਤਿਆਰ ਨਹੀਂ ਸੀ, ਸਮਰੱਥ ਲੋਕ ਸਾਨੂੰ ਉਧਾਰ ਦੇਣ ਜਾਂ ਸਾਡੇ ਨਾਲ ਹਿੱਸੇਦਾਰੀ ਕਰਨ ਵਾਸਤੇ ਤਿਆਰ ਨਹੀਂ ਸੀ, ਲੇਕਿਨ ਅਸੀਂ ਹਿੰਮਤ ਨਹੀਂ ਹਾਰੀ। ਸਾਨੂੰ ਹੋਰ ਸਾਥੀ ਮਿਲੇ, ਸਾਨੂੰ ਕੁਝ ਪੈਸੇ ਜੁਟਾਏ, ਫਿਰ ਬੈਂਕ ਤੋਂ ਕਰਜ਼ਾ ਵੀ ਮਿਲਿਆ, ਔਰ ਫਿਰ ਅਸੀਂ ਆਪਣੀ ਸੰਸਥਾ ਜਿਹੜੀ ਹੈ ਉਹ ਸ਼ੁਰੂ ਕੀਤੀ। ਜਦੋਂ ਸੰਸਥਾ ਸ਼ੁਰੂ ਕੀਤੀ ਤਾਂ ਸਭ ਤੋਂ ਵੱਡੀ ਚੁਣੌਤੀ ਇਹ ਵੀ ਸੀ ਕਿ ਸਾਡੀ ਪਹਿਚਾਣ ਕੀ ਹੈ। ਸਾਡਾ ਐਜੂਕੇਸ਼ਨਲ ਬੈਕਗਰਾਊਂਡ ਨਹੀਂ ਹੈ, ਅਸੀਂ ਇੱਕ ਕਾਲਜ ਨੂੰ ਕਿਵੇਂ ਚਲਾ ਸਕਦੇ ਹਾਂ ਜਾਂ ਲੋਕ ਸਾਡੇ 'ਤੇ ਕਿਵੇਂ ਭਰੋਸਾ ਕਰਨ। ਇਹ ਸਾਡੇ ਵਾਸਤੇ ਬਹੁਤ ਵੱਡੀ ਚੁਣੌਤੀ ਸੀ। ਇੱਕ ਹੋਰ ਵੱਡੀ ਚੁਣੌਤੀ ਸੀ ਕਿ ਸਾਡਾ ਸਮਾਜ ਸਾਨੂੰ ਇਹ ਗੱਲ ਸਵੀਕਾਰ ਕਰਨ ਦੇ ਵਿੱਚ ਤਿਆਰ ਨਹੀਂ ਸੀ ਕਿ ਇਹ ਸੰਸਥਾ ਇਹਨਾਂ ਨੇ ਸਥਾਪਿਤ ਕਰ ਲਈ ਹੈ। ਸਾਡੇ ਬਾਰੇ ਬਹੁਤ ਭੰਡੀ ਪ੍ਰਚਾਰ ਹੋਇਆ ਕਿ ਇਸ ਦੇ ਵਿੱਚ ਤਾਂ ਜੀ ਫਲਾਣਾ ਨੇਤਾ ਦਾ ਪੈਸਾ ਲੱਗਿਆ ਹੋਇਆ, ਕਿਸੇ ਪੋਲੀਟੀਕਲ ਬੰਦੇ ਦੀ ਇਹਦੇ ਵਿੱਚ ਇਨਵੈਸਟਮੈਂਟ ਕੀਤੀ ਹੋਈ ਹੈ, ਬੇਨਾਮੀ ਕਿਸੇ ਦਾ ਹਿੱਸਾ ਹੈ। ਤਾਂ ਕਈ ਸਾਲ ਸਾਨੂੰ ਇਹ ਗੱਲਾਂ ਸੁਣਨ ਨੂੰ ਮਿਲਦੀਆਂ ਰਹੀਆਂ। ਸਮਾਜ ਇਹ ਸਵੀਕਾਰ ਕਰਨ ਨੂੰ ਤਿਆਰ ਨਹੀਂ ਹੋ ਰਿਹਾ ਸੀ ਕਿ ਇਹ ਸਧਾਰਨ ਘਰਾਂ ਦੇ ਬੰਦੇ ਉੱਠ ਕੇ ਇਹ ਸੰਸਥਾ ਸਥਾਪਿਤ ਕਰ ਸਕਦੇ ਆ। ਔਰ ਵਾਹਿਗੁਰੂ ਦੀ ਕਿਰਪਾ ਰਹੀ, ਉਹ ਸੰਸਥਾ ਸਥਾਪਿਤ ਨਹੀਂ ਕੀਤੀ ਸਿਰਫ, ਉਹਨੇ ਬਹੁਤ ਕੰਮ ਕੀਤਾ। ਔਰ 100 ਬੱਚਿਆਂ ਤੋਂ ਚੱਲੀ ਹੋਈ ਸੰਸਥਾ ਅੱਜ 45,000 ਵਿਦਿਆਰਥੀ, 3 ਕੈਂਪਸ, ਔਰ ਚੰਡੀਗੜ੍ਹ ਯੂਨੀਵਰਸਿਟੀ ਏਸ਼ੀਆ ਦੀ ਫਾਸਟੈਸਟ ਗਰੋਇੰਗ ਯੂਨੀਵਰਸਿਟੀ ਨਹੀਂ, ਏਸ਼ੀਆ ਦੀ ਯੰਗੈਸਟ ਯੂਨੀਵਰਸਿਟੀ, ਇੰਡੀਆ ਦੀ ਯੰਗੈਸਟ ਯੂਨੀਵਰਸਿਟੀ, ਜਿਹਨੂੰ ਸਭ ਤੋਂ ਵੱਧ ਵੱਡੇ ਮਾਣ ਸਨਮਾਨ ਜਿਹੜੇ ਹੈ ਉਹ ਮਿਲੇ ਹੈ। ਔਰ ਉਹ ਮਾਣ ਸਨਮਾਨ ਕਿਸੇ ਪ੍ਰਾਈਵੇਟ ਸੰਸਥਾ ਵੱਲੋਂ ਨਹੀਂ, ਭਾਰਤ ਸਰਕਾਰ ਵੱਲੋਂ ਮਿਲੇ ਆ। ਨੈਕ A+ ਗ੍ਰੇਡ ਪੰਜਾਬ ਦੇ ਵਿੱਚ ਲੈਣ ਵਾਲੀ ਇਹ ਪਹਿਲੀ ਸੰਸਥਾ ਹੈ। ਲੇਕਿਨ ਇਹ ਸਾਰਾ ਕੁਝ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ, ਹਿੰਮਤ ਦੇ ਨਾਲ, ਔਰ ਵੱਡੇ ਸੁਪਨੇ ਸਿਰਜ ਕੇ ਉਹਨਾਂ ਨੂੰ ਪੂਰੇ ਕਰਨ ਦੇ ਵਾਸਤੇ ਜੱਦੋ ਜਹਿਦ ਦੇ ਵਿੱਚੋਂ ਹੋਇਆ। ਮੈਂ ਅੱਜ ਦੇਖਦਾ ਕਿ ਬਹੁਤ ਸਾਰੇ ਨੌਜਵਾਨ, ਬਹੁਤ ਸਾਰੇ ਵਿਦਿਆਰਥੀ ਵੱਡੇ ਸੁਪਨੇ ਪਾਲਦੇ ਆ, ਸੁਪਨੇ ਲੈਂਦੇ ਆ, ਉਹ ਸਾਡੇ ਤੋਂ ਵੀ ਵੱਡੇ ਸੁਪਨੇ ਲੈਂਦੇ ਆ, ਲੇਕਿਨ ਕਿਤੇ ਨਾ ਕਿਤੇ ਆ ਕੇ ਉਹਨਾਂ ਨੂੰ ਬੋਟਲਨੈਕ ਲੱਗਦਾ ਕਿ ਸਾਡੇ ਕੋਲ ਪੈਸੇ ਨਹੀਂ ਹੈਗੇ, ਸਾਡੇ ਕੋਲ ਇਨਵੈਸਟਮੈਂਟ ਨਹੀਂ ਹੈਗੀਆਂ, ਸਾਡੇ ਕੋਲ ਸਰਮਾਇਆ ਨਹੀਂ ਹੈਗਾ। ਔਰ ਮੈਂ ਆਪਣੀ ਕਹਾਣੀ ਤੁਹਾਡੇ ਨਾਲ ਇਸ ਕਰਕੇ ਸਾਂਝੀ ਕਰ ਰਿਹਾ ਕਿ ਮੇਰੇ ਕੋਲ ਵੀ ਪੈਸਾ ਨਹੀਂ ਸੀ, ਮੇਰੇ ਕੋਲ ਵੀ ਇਨਵੈਸਟਮੈਂਟ ਨਹੀਂ ਹੈਗੀਆਂ ਸੀ। ਇਹ ਸੁਪਨਾ ਸਾਕਾਰ ਕਰਨ ਦੇ ਵਾਸਤੇ ਜਨੂੰਨ ਚਾਹੀਦਾ। ਔਰ ਮੈਂ ਚਾਹੁੰਦਾ ਕਿ ਜਿੰਨੇ ਵੀ ਨੌਜਵਾਨ, ਇਹ ਕੁਦਰਤ ਦਾ ਨਿਯਮ ਵੀ ਹੈ ਕਿ ਸਾਈਕਲ ਚੱਲਦਾ ਹੈ। ਇਹ ਸਾਈਕਲ, ਕੁਦਰਤ ਦਾ ਸਾਈਕਲ ਦਾ ਪਹੀਆ ਇਹ ਹੈ ਕਿ ਉੱਪਰ ਉਸਨੇ ਥੱਲੇ ਆਉਣਾ ਔਰ ਥੱਲੇ ਵਾਲੇ ਨੇ ਉੱਪਰ ਆਉਣਾ। ਅਪਰਚੁਨਿਟੀਜ਼ ਕਦੇ ਵੀ ਖਤਮ ਨਹੀਂ ਹੁੰਦੀਆਂ, ਮੌਕੇ ਕਦੇ ਵੀ ਖਤਮ ਨਹੀਂ ਹੁੰਦੇ। ਨਵੇਂ ਲੋਕ ਉੱਠਦੇ ਨੇ, ਨਵੇਂ ਇਨਕਲਾਬ ਆਉਂਦੇ ਨੇ, ਔਰ ਨਵੀਆਂ ਗੱਲਾਂ ਹੁੰਦੀਆਂ, ਔਰ ਨਵੇਂ ਲੋਕ ਉੱਪਰ ਜਾਂਦੇ ਆ, ਔਰ ਉੱਪਰ ਬੈਠਿਆਂ ਨੂੰ ਥੱਲੇ ਆਉਣਾ ਪੈਂਦਾ ਹੈ। ਔਰ ਮੈਂ ਸਮਝਦਾ ਕਿ ਅੱਜ ਵੀ ਜਿਹੜੇ ਨੌਜਵਾਨ ਨੇ, ਜਿਹੜੇ ਸੁਪਨੇ ਪਾ ਰਹੇ, ਉਹਨਾਂ ਵਾਸਤੇ ਮੌਕੇ ਜ਼ਿਆਦਾ ਨੇ, ਜ਼ਿਆਦਾ ਵਸੀਲੇ, ਜ਼ਿਆਦਾ ਸਾਧਨ ਜਿਹੜੇ ਨੇ ਸਮਾਜ ਦੇ ਵਿੱਚ ਉਪਲਬਧ ਹੈਗੇ ਨੇ। ਕੋਈ ਵੀ ਕਾਰਨ ਨਹੀਂ ਹੈ ਕਿ ਅਗਰ ਤੁਸੀਂ ਆਪਣੇ ਸੁਪਨੇ ਨੂੰ ਪੂਰਾ ਕਰਨ ਦੇ ਵਾਸਤੇ ਜਦੋਜਹਿਦ ਕਰਦੇ ਹੋ ਤਾਂ ਉਹ ਪਰਮਾਤਮਾ ਤੁਹਾਡੀ ਬਾਂਹ ਜ਼ਰੂਰ ਫੜਦਾ ਹੈ ਔਰ ਤੁਹਾਡੇ ਸੁਪਨੇ ਜ਼ਰੂਰ ਸਾਕਾਰ ਹੁੰਦੇ। ਸੁਪਨੇ ਵੱਡੇ ਜ਼ਰੂਰ ਲਓ, ਪਰਮਾਤਮਾ ਤੁਹਾਡੀ ਬਾਂਹ ਜ਼ਰੂਰ ਫੜਦਾ ਹੈ। ਨੀਤਾਂ ਸੱਚੀਆਂ ਹੋਣ ਤੇ ਉਹ ਭਾਗ ਵੀ ਜ਼ਰੂਰ ਲਾਉਂਦਾ ਹੈ। ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ।